ਸਬਸਕ੍ਰਾਈਬ ਕਰੋ ਜੀ ਗੁਰਬਾਣੀ ਕੀਰਤਨ ਵਰਲਡ ਨੂੰ। ਬਿਲ ਦੇ ਆਈਕਨ ਤੇ ਕਲਿੱਕ ਕਰੋ ਹੋਰ ਵੀਡੀਓ ਦੀ ਨੋਟੀਫਿਕੇਸ਼ਨ ਲਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਜੋ ਆਪਾਂ ਸਾਖੀ ਆਪ ਜੀ ਨੂੰ ਸਮੂਹ ਸੰਗਤ ਨੂੰ ਸਰਵਣ ਕਰਵਾਉਣ ਜਾ ਰਹੇ ਹਾਂ ਜੀ, ਇਹ ਸਾਖੀ ਹੈ ਜੀ, ਜੋ ਕਿਸੇ ਦੀ ਨਿੰਦਿਆ ਕਰਦੇ ਹਨ ਤੇ ਨਿੰਦਿਆ ਕਰਕੇ ਉਸ ਦਾ ਫਲ ਉਹਨਾਂ ਨੂੰ ਕੀ ਮਿਲਦਾ ਹੈ। ਆਓ ਆਪਾਂ ਇਸ ਸਾਖੀ ਬਾਰੇ ਆਪਾਂ ਚਾਨਣਾ ਪਾਉਂਦੇ ਹਾਂ। ਬਹੁਤ ਹੀ ਪਿਆਰੀ ਸਾਖੀ ਹੈ, ਇਸ ਨੂੰ ਪੂਰਾ ਸਰਵਣ ਕਰੋ ਅਤੇ ਆਪਣੇ ਜੀਵਨ ਵਿੱਚ ਵੀ ਇਸ ਸਾਖੀ ਨੂੰ ਅਪਣਾਓ ਜੀ। ਇੱਕ ਧਰਮੀ ਰਾਜਾ ਸੀ, ਉਸਨੇ ਜੱਗ ਆਰੰਭ ਕੀਤਾ ਅਤੇ ਬਹੁਤ ਸਾਰੇ ਵਿਦਵਾਨ ਬ੍ਰਾਹਮਣ ਸੱਦੇ। 6 ਪ੍ਰਕਾਰ ਦੇ ਰਸਾਂ ਦੁਆਰਾ 36 ਪ੍ਰਕਾਰ ਦੇ ਭੋਜਨ ਬਣਾਏ। ਜਦੋਂ ਭੋਜਨ ਤਿਆਰ ਹੋ ਰਿਹਾ ਸੀ, ਉਸ ਵੇਲੇ ਇੱਕ ਜ਼ਹਿਰੀਲਾ ਸੱਪ ਇੱਲ ਆਪਣੇ ਪੰਜਿਆਂ ਵਿੱਚ ਚੁੱਕ ਕੇ ਉੱਡੀ ਜਾ ਰਹੀ ਸੀ। ਜਦੋਂ ਇੱਲ ਨੇ ਹੇਠਾਂ ਨੂੰ ਵੇਖਿਆ ਤਾਂ ਅਚਾਨਕ ਉਸ ਕੋਲੋਂ ਸੱਪ ਛੁੱਟ ਗਿਆ। ਉਸ ਦੇ ਪੰਜਿਆਂ ਵਿੱਚੋਂ ਨਿਕਲ ਕੇ ਖੀਰ ਦੇ ਵੱਡੇ ਕੜਾਹੇ ਵਿੱਚ ਉਹ ਸੱਪ ਆ ਕੇ ਡਿੱਗ ਗਿਆ। ਲਾਂਗਰੀ ਕੜਾਹੇ ਦੇ ਕੋਲ ਨਾ ਹੋਣ ਕਰਕੇ ਸੱਪ ਦੇ ਡਿੱਗਣ ਦਾ ਪਤਾ ਨਾ ਲੱਗਿਆ। ਉਹ ਖੀਰ ਦੇ ਵਿੱਚ ਹੀ ਰਿੱਝ ਗਿਆ ਅਤੇ ਉਸ ਦੀ ਜ਼ਹਿਰ ਖੀਰ ਵਿੱਚ ਰਲ ਗਈ। ਜਦੋਂ ਲੰਗਰ ਛਕਾਉਣ ਲਈ ਸਭ ਤੋਂ ਪਹਿਲਾਂ ਬ੍ਰਾਹਮਣ ਦੀ ਪੰਗਤ ਬਿਠਾਈ ਗਈ ਤਾਂ ਜਿਸ ਵੀ ਬ੍ਰਾਹਮਣ ਨੇ ਖੀਰ ਖਾਧੀ ਉਹ ਉਸੇ ਵੇਲੇ ਮ੍ਰਿਤੂ ਮੌਤ ਨੂੰ ਪਿਆਰਾ ਹੋ ਗਿਆ। ਉਸੇ ਵੇਲੇ ਉਹ ਸਾਰੇ ਮਰ ਗਏ। ਬਹੁਤ ਸਾਰੇ ਬ੍ਰਾਹਮਣ ਅਤੇ ਸਾਧੂ ਮਰੇ ਵੇਖ ਕੇ ਰਾਜੇ ਦੇ ਮਨ ਵਿੱਚ ਖਿਆਲ ਆਇਆ ਕਿ ਇਸ ਪਾਪ ਦਾ ਭਾਗੀ ਮੈਂ ਹੀ ਹਾਂ। ਮੈਨੂੰ ਪਤਾ ਨਹੀਂ ਕਿਸ ਜੂਨ ਵਿੱਚ ਕਿੰਨਾ ਦੁੱਖ ਭੋਗਣਾ ਪਵੇਗਾ। ਇਸ ਪਾਪ ਦਾ ਪ੍ਰਾਚਿਤ ਕਰਨ ਲਈ ਉਹ ਰਾਜਾ ਆਪਣਾ ਸਾਰਾ ਰਾਜ ਭਾਗ ਤਿਆਗ ਕਰਕੇ ਜੰਗਲਾਂ ਵਿੱਚ ਜਾ ਕੇ ਤਪੱਸਿਆ ਕਰਨ ਲੱਗਾ। ਤਪੱਸਵੀ ਦੇ ਰੂਪ ਵਿੱਚ ਇਹ ਰਾਜਾ ਦਿਨ ਵਿੱਚ ਇੱਕ ਵਾਰ ਗ੍ਰਹਸਥੀਆਂ ਦੇ ਦੁਆਰਾ ਜਾ ਕੇ ਮੰਗ ਕੇ ਭੋਜਨ ਖਾਂਦਾ ਸੀ। ਤੇ ਇੱਕ ਦਿਨ ਦੀ ਵਾਰਤਾ ਹੈ, ਜਦੋਂ ਭੋਜਨ ਮੰਗਣ ਲਈ ਸ਼ਹਿਰ ਵਿੱਚ ਗਿਆ ਤਾਂ ਇੱਕ ਬ੍ਰਾਹਮਣੀ ਨੇ ਰਾਜੇ ਨੂੰ ਪਹਿਚਾਣ ਲਿਆ ਅਤੇ ਉਸਨੇ ਰਾਜੇ ਦੀ ਨਿੰਦਿਆ ਉਸਦੇ ਮੂੰਹ ਉੱਪਰ ਹੀ ਕਰਨੀ ਸ਼ੁਰੂ ਕਰ ਦਿੱਤੀ ਕਿ ਸੋ ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ। ਸੈਂਕੜੇ ਬ੍ਰਾਹਮਣਾਂ ਸਾਧੂਆਂ ਨੂੰ ਜ਼ਹਿਰ ਦੇ ਕੇ ਮਾਰਨ ਵਾਲਿਆ, ਹੁਣ ਤੂੰ ਸਾਧੂ ਨਹੀਂ ਬਣਨ ਲੱਗਾ, ਲੋਕਾਂ ਨੂੰ ਪਖੰਡ ਵਿਖਾ ਰਿਹਾ ਹੈ। ਜਦੋਂ ਨਿੰਦਾ ਕੀਤੀ ਤਾਂ ਉਸੇ ਵੇਲੇ ਉਸ ਔਰਤ ਦੇ ਸਾਰੇ ਸਰੀਰ ਤੇ ਕੋਹੜ ਫੁੱਟ ਪਿਆ। ਉਸ ਔਰਤ ਦੇ ਸਾਰੇ ਪਰਿਵਾਰ ਨੇ ਜੰਗਲ ਵਿੱਚ ਜਾ ਕੇ ਸਾਧੂ ਰੂਪ ਵਿੱਚ ਰਾਜੇ ਦੇ ਅੱਗੇ ਬੇਨਤੀ ਕੀਤੀ ਕਿ ਤੁਹਾਡੀ ਨਿੰਦਾ ਕਰਨ ਨਾਲ ਸਾਡੀ ਮਾਈ ਦੇ ਸਰੀਰ ਤੇ ਕੋਹੜ ਚੱਲ ਪਿਆ ਹੈ, ਇਸ ਦੀ ਨਿਵਰਤੀ ਵਾਸਤੇ ਕੋਈ ਉਪਾਅ ਦੱਸੋ। ਰਾਜੇ ਨੇ ਉੱਤਰ ਦਿੱਤਾ ਕਿ ਉਸਨੂੰ ਤਾਂ ਇਸ ਗੱਲ ਦਾ ਗਿਆਨ ਨਹੀਂ ਹੈ, ਪਰੰਤੂ ਮੇਰੇ ਗੁਰੂ ਬ੍ਰਹਮ ਬੇਤੇ ਹਨ, ਉਹ ਕੋਹੜ ਦਾ ਕਾਰਨ ਵੀ ਦੱਸ ਸਕਦੇ ਹਨ ਅਤੇ ਉਪਾਅ ਵੀ। ਸਾਰੇ ਇਕੱਠੇ ਹੋ ਕੇ ਉਸ ਬ੍ਰਾਹਮਣ ਬੇਤੇ ਮਹਾਂਪੁਰਸ਼ਾਂ ਕੋਲ ਪਹੁੰਚੇ, ਜਿਸ ਤੋਂ ਰਾਜੇ ਨੇ ਰਾਜ ਭਾਗ ਤਿਆਗਣ ਉਪਰੰਤ ਗੁਰੂ ਦੀਕਸ਼ਾ ਲਈ ਸੀ। ਉਹਨਾਂ ਨੇ ਆਪਣੀ ਅੰਤਰ ਆਤਮਾ ਵਿੱਚ ਧਿਆਨ ਧਰ ਕੇ ਉਹਨਾਂ ਨੂੰ ਦੱਸਿਆ ਕਿ ਹੇ ਰਾਜਨ, ਜੋ ਤੂੰ ਜੱਗ ਕਰਾਇਆ ਸੀ, ਉਸ ਜੱਗ ਦੇ ਖੀਰ ਦੇ ਕੜਾਹੇ ਵਿੱਚ ਜ਼ਹਿਰੀਲਾ ਸੱਪ ਇੱਕ ਇੱਲ ਤੋਂ ਛੁੱਟ ਕੇ ਡਿੱਗਿਆ ਸੀ। ਨਾ ਲਾਂਗਰੀ ਦਾ ਦੋਸ਼ ਹੈ ਅਤੇ ਨਾ ਹੀ ਵਰਤਾਰਿਆਂ ਦਾ ਅਤੇ ਨਾ ਹੀ ਤੇਰਾ ਦੋਸ਼ ਹੈ। ਜਦੋਂ ਇਸ ਪਾਪ ਦਾ ਦੰਡ ਦੇਣ ਲਈ ਧਰਮਰਾਜ ਨੇ ਪਰਮਾਤਮਾ ਨੂੰ ਪੁੱਛਿਆ ਕਿ ਇਸ ਪਾਪ ਦਾ ਦੰਡ ਮੈਂ ਕਿਸ ਨੂੰ ਦੇਵਾਂ, ਕਿਉਂਕਿ ਦੰਡ ਤਾਂ ਕਸੂਰਵਾਰ ਨੂੰ ਦਿੱਤਾ ਜਾਂਦਾ ਹੈ। ਇਸ ਵਿੱਚ ਕਸੂਰਵਾਰ ਦਾ ਕੋਈ ਹੈ ਹੀ ਨਹੀਂ, ਸਭ ਕੁਝ ਅਚਾਨਕ ਹੋਇਆ ਹੈ। ਤਾਂ ਪਰਮਾਤਮਾ ਨੇ ਧਰਮਰਾਜ ਨੂੰ ਕਿਹਾ ਕਿ ਇਹ ਪਾਪ ਸੰਚਿਤ ਰਹਿਣ ਦੇ। ਇਸ ਪਾਪ ਦਾ ਦੰਡ ਉਸ ਨੂੰ ਦਿੱਤਾ ਜਾਵੇ ਜਿਹੜਾ ਕੋਈ ਰਾਜੇ ਦੀ ਨਿੰਦਾ ਕਰੇ। ਇਸ ਲਈ ਭਾਈ ਸਾਰਾ ਪਾਪ ਧਰਮਰਾਜ ਕੋਲ ਇਕੱਠਾ ਪਿਆ ਸੀ। ਇਸ ਮਾਈ ਨੇ ਰਾਜੇ ਦੀ ਨਿੰਦਾ ਕੀਤੀ, ਜਿਸ ਕਾਰਨ ਇਸ ਪਾਪ ਦਾ ਜਿਹੜਾ ਫਲ ਵਾ ਉਹ ਇਸ ਮਾਈ ਨੂੰ ਮਿਲ ਗਿਆ। ਇਹ ਕੋਹੜ ਦਾ ਕਾਰਨ ਹੈ। ਸੈਂਕੜੇ ਜਨਮ ਕੋਹੜੀ ਹੋ ਕੇ ਮਰੇਗੀ। ਜਿੰਨੇ ਬ੍ਰਾਹਮਣ ਅਤੇ ਸਾਧੂ ਮਰੇ ਹਨ, ਉਨੇ ਜਨਮ ਇਸ ਨੂੰ ਕੋਹੜ ਹੁੰਦਾ ਰਹੇਗਾ। ਜੈਸਾ ਕਿ ਬਾਣੀ ਵਿੱਚ ਪੰਕਤੀ ਆਉਂਦੀ ਹੈ, ਨਿੰਦਕ ਕੀ ਗਤ ਕਤਹੂ ਨਾਹੀ ਖਸਮੇ ਏਵੈ ਭਾਣਾ, ਨਿੰਦਾ ਕਰ ਕਰ ਬਹੁ ਭਾਰ ਉਠਾਵੇ ਬਿਨ ਮਜੂਰੀ
ਭਾਰ ਪਹੁੰਚਾ ਬਣਿਆ। ਇਸ ਦੀ ਇੱਕ ਤਰੀਕੇ ਨਾਲ ਨਿਵਰਤੀ ਹੋ ਸਕਦੀ ਹੈ ਜੇਕਰ ਇਹ ਪ੍ਰਮਾਤਮਾ ਦੇ ਨਾਮ ਨੂੰ ਜਪੇ ਤੇ ਸੁਣੇ। ਤੇ ਗੁਰੂ ਪਿਆਰੀ ਸਾਧ ਸੰਗਤ ਜੀਓ, ਜੋ ਵੀ ਕਿਸੇ ਦੀ ਨਿੰਦਿਆ ਕਰਦੇ ਹਨ, ਚੁਗਲੀ ਕਰਦੇ ਹਨ, ਉਹਨਾਂ ਨੂੰ ਇਸ ਜਨਮ ਦੇ ਵਿੱਚ ਹੀ ਉਸ ਦਾ ਫਲ ਮਿਲਣਾ ਸ਼ੁਰੂ ਹੋ ਜਾਂਦਾ ਹੈ। ਤੇ ਆਪਾਂ ਵੀ ਆਪਣੇ ਜੀਵਨ ਵਿੱਚ ਅਪਣਾਈਏ, ਕਿਸੇ ਦੀ ਕਦੀ ਵੀ ਚੁਗਲੀ ਨਾ ਕਰੀਏ, ਨਾ ਹੀ ਕਿਸੇ ਦੀ ਨਿੰਦਿਆ ਕਰੀਏ। ਹਰ ਵੇਲੇ ਉਸ ਪਰਮਾਤਮਾ ਦੇ ਭਾਣੇ ਦੇ ਵਿੱਚ ਰਹਿ ਕੇ ਉਸ ਪਰਮਾਤਮਾ ਦਾ ਨਾਮ ਜਪੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।